ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਜਿਵੇਂ ਕਿ ਆਪਾਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਅਮਰ ਸਿੰਘ ਚਮਕੀਲਾ ਜੀ ਜਿੱਥੇ ਇੱਕ ਬਹੁਤ ਵਧੀਆ ਗਵਈਏ, ਲੇਖਕ, ਸੰਗੀਤਕਾਰ, ਕੰਪੋਜ਼ਰ ਸੀ, ਉੱਥੇ ਉਹ ਇੱਕ ਬਹੁਤ ਹੀ ਵਧੀਆ ਤੇ ਨਿੱਘੇ ਸੁਭਾਅ ਵਾਲੇ ਇਨਸਾਨ ਵੀ ਸੀ। ਉਹਨਾਂ ਦੀ ਨਿਮਰਤਾ ਇੰਨੀ ਸੀ ਕਿ ਜੋ ਵੀ ਉਹਨਾਂ ਨੂੰ ਇੱਕ ਵਾਰ ਮਿਲ ਲੈਂਦਾ ਸੀ ਉਹ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਅਜਿਹਾ ਹੀ ਇੱਕ ਖੂਬਸੂਰਤ ਵਾਕਿਆ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ। ਆਜੋ ਸ਼ੁਰੂ ਕਰਦੇ ਹਾਂ। ਦੋਸਤੋ ਇਹ ਗੱਲ ਕੋਈ 1986-87 ਦੇ ਗੇੜ ਦੀ ਹੈ, ਜਦੋਂ ਬਠਿੰਡੇ ਤੋਂ ਚੱਲ ਕੇ ਇੱਕ ਪਾਰਟੀ ਅਮਰ ਸਿੰਘ ਚਮਕੀਲੇ ਦਾ ਪ੍ਰੋਗਰਾਮ ਬੁੱਕ ਕਰਨ ਲਈ ਲੁਧਿਆਣੇ ਵਿਖੇ ਪਹੁੰਚਦੀ ਹੈ। ਨੀਲੇ ਰੰਗ ਦੀ ਮਹਿੰਦਰਾ ਜੀਪ ਜਦੋਂ ਰੇਸ ਦਾ ਫਰਾਟਾ ਮਾਰ ਕੇ ਚਮਕੀਲੇ ਦੇ ਦਫ਼ਤਰ ਮੂਹਰੇ ਰੁਕਦੀ ਹੈ ਤਾਂ ਜੀਪ ਦੇ ਟਾਇਰਾਂ ਨਾਲ ਲੱਗਾ ਬਠਿੰਡੇ ਦੇ ਪਿੰਡਾਂ ਦਾ ਰੇਤਾ ਲੁਧਿਆਣੇ ਸ਼ਹਿਰ ਦੀ ਸੜਕ ਉੱਪਰ ਝੜ ਕੇ ਇਉਂ ਬਿਖਰ ਗਿਆ ਸੀ ਜਿਵੇਂ ਕਣਕ ਵਾਲੇ ਢੋਲ ਦਾ ਢੱਕਣ ਖੋਲ੍ਹਿਆਂ ਕਣਕ ਜ਼ਮੀਨ ਤੇ ਖਿੰਡ ਜਾਂਦੀ ਹੈ। ਜੀਪ ਦੀ ਮੁਰਲੀ ਸੀਟ ਤੇ ਬੈਠੇ ਮੋਚਾਂ ਨੂੰ ਮਰੋੜਾ ਦੇ ਰਹੇ ਚਾਦਰੇ ਵਾਲੇ ਜ਼ਿਮੀਂਦਾਰ ਨੇ ਪਿੱਛੇ ਧੌਣ ਘੁਮਾਈ ਸੀ, ਲੈ ਨੰਦਕੁਰੇ, ਆਹ ਸਾਹਮਣੇ ਆ ਚਮਕੀਲੇ ਦਾ ਦਫ਼ਤਰ, ਤੂੰ ਤੇ ਪੀਤਾ ਚੱਲ ਕੇ ਗੱਲ ਕਰੋ, ਅਸੀਂ ਝੜ ਦੇਣੇ ਪੈਂਚਰ ਲਵਾ ਕੇ ਆਏ। ਜੀਪ ਵਿੱਚੋਂ ਇੱਕ ਬਿਰਧ ਇਸਤਰੀ ਅਤੇ ਇੱਕ 19-20 ਸਾਲ ਦਾ ਲੜਕਾ ਪਿਛਲੇ ਪਾਸੇ ਤੋਂ ਹੇਠਾਂ ਉਤਰ ਗਏ ਸੀ। ਉਹਨਾਂ ਦੇ ਉਤਰਦਿਆਂ ਹੀ ਜੀਪ ਅੱਗੇ ਤੁਰ ਗਈ ਸੀ। ਉਹ ਦੋਨੋਂ ਮਾਂ ਪੁੱਤ ਸੜਕ ਪਾਰ ਕਰਕੇ ਸਾਹਮਣੇ ਬਣੇ ਗਾਇਕ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਅੰਦਰ ਦਾਖਲ ਹੋ ਗਏ ਸੀ। ਦਫ਼ਤਰ ਵਿੱਚ ਪਏ ਮੇਜ਼ ਦੇ ਦੂਜੇ ਪਾਸੇ ਕੁਰਸੀ ਉੱਤੇ ਬੈਠੇ ਨੌਜਵਾਨ ਨੇ ਦਰ ਪੜਦੇ ਕਾਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਦੋਨਾਂ ਨੂੰ ਕੁਰਸੀਆਂ ਤੇ ਬੈਠਣ ਦਾ ਇਸ਼ਾਰਾ ਕੀਤਾ ਸੀ। ਦੋਨੋਂ ਮਾਂ ਪੁੱਤ ਕੁਰਸੀਆਂ ਖਿੱਚ ਕੇ ਬੈਠ ਗਏ ਸੀ। ਕੁਰਸੀ ਦੇ ਦੂਜੇ ਪਾਰ ਬੈਠੇ ਨੌਜਵਾਨ ਨੇ ਹਲੀਮੀ ਨਾਲ ਪੁੱਛਿਆ ਸੀ, ਆਓ ਮਾਤਾ ਜੀ, ਕਿਵੇਂ ਆਉਣੇ ਹੋਏ? ਬੇ ਪੁੱਤ ਚਮਕੀਲਿਆ, ਤੈਂ ਮੇਰੇ ਮੁੰਡੇ ਦੇ ਵਿਆਹ 'ਚ ਗਾਉਣ ਆਉਣਾ, ਬਸ ਨਾ ਨੁੱਕਰ ਨਾ ਕਰੀ, ਪੈਸੇ ਜਿੰਨੇ ਕਮੇਂਗਾ ਮੈਂ ਸਰਦਾਰ ਹੋਣਾ ਤੋਂ ਦਵਾ ਦੂੰ ਤੈਨੂੰ। ਸਰਦਾਰ ਵੀ ਨਾਲ ਹੀ ਆਇਆ, ਹੁਣੇ ਆ ਜਾਂਦਾ ਪੈਂਚਰ ਲਵਾ ਕੇ। ਸਾਡੀ ਗੱਡੀ ਰਾਹ 'ਚ ਆਉਂਦਿਆਂ ਪੈਂਚਰ ਹੋ ਗਈ ਸੀ। ਵਿਆਹ ਕਿੱਥੇ ਤੇ ਕਦੋਂ ਦਾ ਹੈ ਮਾਤਾ? ਦਫ਼ਤਰ ਵਾਲੇ ਨੌਜਵਾਨ ਨੇ ਡਾਇਰੀ ਚੁੱਕਦਿਆਂ ਪੁੱਛਿਆ ਸੀ। ਵਿਆਹੁਣ ਤਾਂ ਅਸੀਂ ਸਰਦੂਲਗੜ੍ਹ ਜਾਣਾ, ਅਗਲੀ ਸੰਗਰਾਂਦ ਤੋਂ ਤੀਜੇ ਦਿਨ ਦੇ ਨੰਦ ਆ ਭਾਈ। ਤੂੰ ਨਾ ਚਮਕੀਲਿਆ, ਮੇਰਾ ਪੁੱਤ ਬਣ ਕੇ 2 ਦਿਨ ਅੱਗੋਂ ਹੀ ਆ ਜੀ। ਮਾਈ ਮੈਂ ਚਮਕੀਲਾ ਨਹੀਂ, ਮੈਂ ਤਾਂ ਕਿੱਕਰ ਡਾਲੇ ਵਾਲਾ, ਉਹਨਾਂ ਦਾ ਬੁਕਿੰਗ ਕਲਰਕ। ਚਮਕੀਲਾ ਉਸਤਾਦ ਜੀ ਤਾਂ ਪ੍ਰੋਗਰਾਮ ਲਾਉਣ ਗਏ ਹੋਏ ਆ, ਆਥਣੇ ਆਉਣਗੇ। ਲੈ ਫੋਟ, ਮੈਂ ਇੰਨੇ ਚਿਰ ਦੀ ਐਵੇਂ ਮਗਜ ਮਾਰੀ ਜਾਨੀ ਆ, ਪਹਿਲਾਂ ਨਹੀਂ ਦੱਸਿਆ ਤੈਂ? ਨਾ ਇਹ ਚਮਕੀਲੇ ਦਾ ਦਫ਼ਤਰ ਨਹੀਂ, ਦਫ਼ਤਰ ਤਾਂ ਇਹ ਚਮਕੀਲੇ ਦਾ ਹੀ ਆ ਮਾਈ। ਫਿਰ ਤੂੰ ਇੱਥੇ ਬੈਠਾ ਕੀ ਕਰਦਾ? ਮੈਂ ਇੱਥੇ ਦਫ਼ਤਰ ਦਾ ਕੰਮ ਸਾਂਭਦਾ ਹੁੰਨਾ, ਉਸਤਾਦ ਜੀ ਤਾਂ ਪ੍ਰੋਗਰਾਮਾਂ ਤੇ ਹੁੰਦੇ ਆ। ਬੀਬੀ ਸਾਈ ਦੇ ਤੇ ਗੱਲ ਨਿਬੇੜ, ਕੀ ਕਹਾਣੀਆਂ ਜਿਹੀਆਂ ਪਾਉਣ ਲੱਗ ਪਈ। ਵਿਆਹ ਵਾਲੇ ਮੁੰਡੇ ਨੇ ਦਖਲ ਦਿੱਤਾ ਸੀ, ਹਾਂ ਉਹੀ ਗੱਲ ਕਰਦੀਆਂ ਮੈਂ ਵੀ, ਸਰਦਾਰ ਹੋਰੀ ਆ ਜਾਣ। ਅੱਛਾ ਕਿਹੜੀ ਤਰੀਕ ਦੱਸੀ ਸੀ ਤੁਸੀਂ? ਕਿੱਕਰ ਨੇ ਡਾਇਰੀ ਦੇ ਪੰਨੇ ਫਰੋਲਣੇ ਸ਼ੁਰੂ ਕਰ ਦਿੱਤੇ ਸੀ। ਲੜਕਾ ਝੱਟ ਬੋਲਿਆ ਸੀ, ਬਾਈ ਜੀ 10 ਤਰੀਕ ਆ ਜੀ। ਠੀਕ ਆ, ਤਰੀਕ ਤਾਂ ਵਿਹਲੀ ਆ। ਕਿੱਕਰ ਨੇ ਮੂਹਰੇ ਮੇਜ਼ ਉੱਤੇ ਖੁੱਲੀ ਪਈ ਡਾਇਰੀ ਦੇ ਪੰਨੇ ਦਾ ਇੱਕ ਖੁੰਝਾ ਮਰੋੜ ਦਿੱਤਾ ਸੀ। ਦੇਖ ਭਾਈ, ਮੈਂ ਗਰੀਬਣੀ ਆ, ਪੈਸੇ ਦੱਸ ਦਿਓ ਕਿੰਨੇ ਲੈਣੇ ਹੋ। ਸਰਦਾਰ ਹੋਰੀ ਆ ਜਾਂਦੇ ਆ, ਮੈਂ ਉਹਨਾਂ ਤੋਂ ਦਵਾ ਦਿੰਨੀ ਆ। ਬਿਰਧ ਇਸਤਰੀ ਸਿਰ ਤੇ ਲਈ ਹੋਈ ਚੁੰਨੀ ਠੀਕ ਕਰਕੇ ਬੋਲੀ ਸੀ, ਮਾਈ ਲੈਂਦੇ ਤਾਂ ਅਸੀਂ 3500 ਰੁਪਇਆ ਹਾਂ, ਪਰ ਉਸਤਾਦ ਜੀ ਨੇ ਸਾਨੂੰ ਕਿਹਾ ਹੋਇਆ ਕਿ ਜੇ ਕੋਈ ਗਰੀਬ ਹੋਵੇ ਤਾਂ ਉਸ ਤੋਂ ਘੱਟ ਪੈਸੇ ਲੈ ਲਿਆ ਕਰੋ, ਤੁਸੀਂ 3000 ਦੇ ਦਿਓ। ਚੱਲ ਠੀਕ ਆ ਬਾਈ ਜੀ, ਤੁਸੀਂ ਪ੍ਰੋਗਰਾਮ ਬੁੱਕ ਕਰਨ ਦੀ ਕਰੋ, ਪੈਸੇ ਹੁਣੇ ਸਰਦਾਰ ਹੋਰੀ ਆ ਕੇ ਦੇ ਦਿੰਦੇ ਆ। ਮੁੰਡਾ ਪ੍ਰੋਗਰਾਮ ਬੁੱਕ ਕਰਨ ਲਈ ਬਹੁਤਾ ਕਾਹਲਾ ਪਿਆ ਹੋਇਆ ਸੀ। ਇੰਨੇ ਨੂੰ ਜੀਪ ਵਾਲਾ ਜ਼ਿਮੀਂਦਾਰ ਅਤੇ ਉਸ ਦਾ ਡਰਾਈਵਰ ਵੀ ਦਫ਼ਤਰ ਵਿੱਚ ਆ ਗਏ ਸੀ। ਕਿੱਕਰ ਉਹਨਾਂ ਨੂੰ ਬਿਠਾ ਕੇ ਚਾਹ ਦਾ ਆਰਡਰ ਕਰਨ ਚਲਾ ਗਿਆ ਸੀ। ਕੁਝ ਦੇਰ ਬਾਅਦ ਜਦ ਚਾਹ ਆਈ ਤਾਂ ਕਿੱਕਰ ਸਾਈ ਦਾ 500 ਰੁਪਇਆ ਗਿਣ ਰਿਹਾ ਸੀ। ਨੋਟ ਗਿਣ ਕੇ ਕਿੱਕਰ ਬੋਲਿਆ ਸੀ, ਠੀਕ ਹੈ ਸਰਦਾਰ ਜੀ, ਅਖਾੜਾ ਤੁਹਾਡਾ ਅਸੀਂ ਬੁੱਕ ਕਰ ਲਿਆ, ਬਾਕੀ ਪੇਮੈਂਟ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਲਵਾਂਗੇ। ਮੁੱਛਾਂ ਨੂੰ ਬਟੇ ਦਿੰਦੇ ਜ਼ਿਮੀਂਦਾਰ ਨੇ ਕਿਹਾ ਸੀ, ਉਹ ਬਾਈ ਕੋਈ ਚੱਕਰ ਨਹੀਂ, ਭਾਵੇਂ ਹੁਣ ਲੈ ਲਓ। ਨਾ ਜੀ, ਪ੍ਰੋਗਰਾਮ ਤੋਂ ਪਹਿਲਾਂ ਲਵਾਂਗੇ, ਸਾਡਾ ਇਹੀ ਕਾਇਦਾ। ਕੁਝ ਦੇਰ ਚਮਕੀਲੇ ਦੀ ਗਾਇਕੀ ਬਾਰੇ ਗੱਲਾਂ ਕਰਨ ਬਾਅਦ ਜ਼ਿਮੀਂਦਾਰ ਉੱਠ ਕੇ ਖੜਾ ਹੋ ਗਿਆ ਸੀ। ਚੰਗਾ ਬਈ, ਹੁਣ ਅਸੀਂ ਚੱਲਦੇ ਹਾਂ। ਨਾ ਸਰਦਾਰਾ, ਮੈਂ ਤਾਂ ਚਮਕੀਲੇ ਨੂੰ ਮਿਲ ਕੇ ਗੱਲ ਪੱਕੀ ਕਰਕੇ ਹੀ ਜਾਊਂ, ਤੂੰ ਵੀ ਬਹਿ ਜਾ। ਸਿਰ ਤੇ ਲਈ ਹੋਈ ਚੁੰਨੀ ਬਿਰਧ ਇਸਤਰੀ ਨੇ ਫੇਰ ਸੰਵਾਰੀ ਸੀ। ਕਿੱਕਰ ਨੇ ਯਕੀਨ ਦਿਵਾਇਆ ਸੀ, ਗੱਲ ਤਾਂ ਪੱਕੀ ਹੈ ਜੀ, ਤੁਸੀਂ ਫਿਕਰ ਨਾ ਕਰੋ, ਉਸਤਾਦ ਜੀ ਪਹੁੰਚ ਜਾਣਗੇ ਤੁਹਾਡੇ ਪ੍ਰੋਗਰਾਮ ਤੇ। ਨਾ ਭਾਈ, ਚਮਕੀਲੇ ਨੂੰ ਮਿਲੇ ਬਿਨਾਂ ਮੈਂ ਨਹੀਂ ਜਾਣਾ,
ਬਿਰਧ ਇਸਤਰੀ ਜਿੱਦ ਤੇ ਅੜੀ ਰਹੀ ਸੀ, ਪਰ ਉਸਤਾਦ ਹੋਰੀ ਤਾਂ ਪ੍ਰੋਗਰਾਮ ਲਾ ਕੇ ਸ਼ਾਮ ਨੂੰ ਪਹੁੰਚਣਗੇ। ਬਜ਼ੁਰਗ ਔਰਤ ਕੁਰਸੀ ਉੱਤੇ ਚੌਂਕੜੀ ਮਾਰ ਕੇ ਬਹਿ ਗਈ ਸੀ। ਭਾਵੇਂ ਰਾਤ ਨੂੰ ਆਵੇ, ਮੈਂ ਤਾਂ ਮਿਲ ਕੇ ਹੀ ਜਾਊਂਗੀ। ਅੱਛਾ ਜੀ, ਜਿਵੇਂ ਤੁਹਾਡੀ ਮਰਜ਼ੀ। ਕਿੱਕਰ ਕੋਲ ਪਏ ਅਖਬਾਰ ਚੁੱਕ ਕੇ ਪੜ੍ਹਨ ਲੱਗ ਪਿਆ ਸੀ। ਦਫ਼ਤਰ ਵਿੱਚ ਉਹਨਾਂ ਸਾਰਿਆਂ ਨੂੰ ਬੈਠਿਆਂ ਦੁਪਹਿਰ ਤੋਂ ਸ਼ਾਮ ਹੋ ਗਈ ਸੀ। ਸ਼ਾਮ ਦੇ 7 ਵਜੇ ਕਿੱਕਰ ਨੇ ਜਮਾਲਪੁਰ ਕੋਠੀ ਸੁਨੇਹਾ ਭੇਜ ਕੇ ਅਮਰ ਸਿੰਘ ਚਮਕੀਲੇ ਨੂੰ ਬੁਲਾ ਲਿਆ ਸੀ। ਚਮਕੀਲੇ ਦੇ ਆਉਂਦਿਆਂ ਹੀ ਕਿੱਕਰ ਨੇ ਸਾਰੀ ਕਹਾਣੀ ਦੱਸ ਦਿੱਤੀ ਸੀ। ਚਮਕੀਲੇ ਨੇ ਬਿਰਧ ਇਸਤਰੀ ਨੂੰ ਜੱਫੀ ਪਾ ਕੇ ਕਿਹਾ ਸੀ, ਮਾਈ ਤੂੰ ਆਰਾਮ ਨਾਲ ਘਰ ਜਾ, ਅਸੀਂ ਖਾੜਾ ਲਾਉਣ ਪਹੁੰਚ ਜਾਵਾਂਗੇ। ਠੀਕ ਆ, ਹੁਣ ਮੈਨੂੰ ਤਸੱਲੀ ਹੋ ਗਈ। ਤੂੰ ਪੈਸੇ ਦੱਸ ਕਿੰਨੇ ਲੈਣੇ ਆ? 500 ਅਸੀਂ ਸਾਈ ਦੇ ਕੇ ਚੱਲੇ ਹਾਂ, ਬਾਕੀ ਤੈਨੂੰ ਉਦਣ ਆਏ ਨੂੰ ਦੇਵਾਂਗੇ। ਮੇਰਾ ਮੁੰਡਾ ਹਿੰਡ ਕਰੀ ਜਾਂਦਾ ਸੀ, ਆਖੇ ਮੇਰੇ ਵਿਆਹ ਤੇ ਚਮਕੀਲਾ ਲਵਾਓ, ਨਹੀਂ ਮੈਂ ਘਰੋਂ ਭੱਜ ਜਾਣਾ। ਉਹ ਮਾਈ, ਜੇ ਮੇਰੇ 2 ਘੰਟੇ ਲਾਉਣ ਨਾਲ ਤੇਰਾ ਮੁੰਡਾ ਘਰੇ ਵੱਸਦਾ ਤਾਂ ਮੇਰਾ ਕੀ ਘਸਦਾ? ਤੂੰ ਗਰੀਬ ਦਿਹਾੜੀ ਦੱਪਾ ਕਰਨ ਵਾਲੀ ਆ, ਰਹਿਣ ਦੇ ਕੋਈ ਪੈਸਾ ਨਾ ਦਵੀਂ, ਮੈਂ ਫ੍ਰੀ ਵਿੱਚ ਆ ਕੇ ਗਾ ਜਾਊਂਗਾ। ਮੈਨੂੰ ਹੁਣ ਤੂੰ ਸਰਦਾਰਾਂ ਤੋਂ ਕਰਜ਼ਾ ਚੁੱਕ ਕੇ 3000 ਦੇਵੇਂਗੀ, ਫਿਰ 3-4 ਸਾਲ ਉਹੀ ਪੈਸੇ ਸਿਰੋਂ ਲਾਉਂਦੀ ਫਿਰੇਂਗੀ। ਨਾ, ਮੈਂ ਤੇਰੇ ਸਿਰ ਕਰਜ਼ਾ ਨਹੀਂ ਚਾੜਨਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਮੁਫਤ ਗਾਉਣ ਆ ਜਾਊਂਗਾ। ਜਿਉਂਦਾ ਰਹਿ ਪੁੱਤ, ਐਕਣ ਨਹੀਂ, ਤੇਰੀ ਮਿਹਨਤ ਦਾ ਅਸੀਂ ਤੈਨੂੰ ਜ਼ਰੂਰ ਦੇਵਾਂਗੇ। ਚੰਗਾ, ਹੁਣ ਚਲੋ ਮਾਈ, ਤੁਸੀਂ ਬਹੁਤ ਹਨੇਰਾ ਹੋ ਚੱਲਿਆ। ਚਮਕੀਲਾ ਬਾਹਰ ਤੱਕ ਜਾ ਕੇ ਬਿਰਧ ਇਸਤਰੀ ਤੇ ਸਾਰਿਆਂ ਨੂੰ ਤੋਰਨ ਬਾਅਦ ਜਮਾਲਪੁਰ ਆਪਣੇ ਘਰੇ ਚਲਾ ਗਿਆ ਸੀ। 10 ਤਰੀਕ ਨੂੰ ਅਖਾੜਾ ਲਾਉਣ ਗਏ ਚਮਕੀਲੇ ਨੂੰ ਅਖਾੜੇ ਵਾਲੀ ਜਗ੍ਹਾ ਦੇ ਕੋਲ ਕਿਸੇ ਦੇ ਘਰ ਆਰਾਮ ਕਰਨ ਲਈ ਠਹਿਰਾ ਦਿੱਤਾ ਗਿਆ ਸੀ। ਬਲਦੇਵ ਦੇਬੂ ਅਤੇ ਹਰਜੀਤ ਗਿੱਲ ਸਟੇਜ ਦੇਖਣ ਚਲੇ ਗਏ ਸੀ। ਸਟੇਜ ਤੋਂ ਬਣਨ ਵਾਲੇ ਸਾਰੇ ਇਨਾਮਾਂ ਵਿੱਚੋਂ ਵੱਡੇ ਨੋਟ ਆਪ ਰੱਖ ਕੇ 2 ਰੁਪਏ, 5 ਰੁਪਏ ਅਤੇ ਕਈ ਵਾਰੀ 10 ਰੁਪਏ ਦੇ ਸਾਰੇ ਨੋਟ ਚਮਕੀਲਾ ਹਮੇਸ਼ਾ ਸਜਿੰਦਿਆਂ ਨੂੰ ਦੇ ਦਿਆ ਕਰਦਾ ਸੀ। ਸਾਜੀ ਲਾਲਚ ਵਿੱਚ ਆ ਕੇ ਅਖਾੜੇ ਤੋਂ ਪਹਿਲਾਂ ਲੋਕਾਂ ਨੂੰ ਅਕਸਰ ਛੋਟੇ ਨੋਟ ਦੇਣ ਲਈ ਉਕਸਾਹ ਦਿਆ ਕਰਦੇ ਸੀ। ਉਸ ਤੋਂ ਪਹਿਲਾਂ ਮੇਰੀਆਂ 1-2 ਬੇਨਤੀਆਂ ਨੇ। ਪਹਿਲੀ ਬੇਨਤੀ ਇਹ ਕਰਨੀ ਹੈ ਵੀ ਜਿਹੜਿਆਂ ਦੋਸਤਾਂ ਵੀਰਾਂ ਨੇ ਇਨਾਮ ਦੇਣੇ ਹੁਣ ਰੁਪਈਏ ਜਾਨੀ ਕਿ ਨੋਟ, ਉਹ ਆਣ ਕੇ ਚੁੱਪ ਕਰਕੇ ਰੁਪਈਏ ਦੇ ਕੇ ਆਪਣਾ ਨਾਮ ਲਿਖਾ ਦਿਓ। ਉਸ ਦਿਨ ਵੀ ਦੇਬੂ ਅਤੇ ਹਰਜੀਤ ਗਿੱਲ ਨੇ ਇਹੀ ਕੀਤਾ ਸੀ। ਜਿਸ ਦੇ ਹੱਥ ਵਿੱਚ ਵੱਡੇ ਨੋਟਾਂ ਦੀ ਗੁੱਟੀ ਦੇਖਦੇ ਉਸ ਨੂੰ ਕਹਿ ਦਿੰਦੇ, ਬਾਈ ਵੱਡੇ ਨੋਟਾਂ ਨਾਲ ਤਾਂ ਤੇਰਾ ਬਹੁਤ ਖਰਚਾ ਹੋਊ, ਤੂੰ ਛੋਟੇ ਨੋਟ ਰੱਖ ਲਾ, ਫਿਰ ਭਾਵੇਂ ਮੀਂਹ ਬਰਾਈ ਚੱਲੀ, ਨੋਟ ਨਹੀਂ ਮੁੱਕਣੇ। ਉਹਨਾਂ ਦੀ ਕਹੀ ਗੱਲ ਅਗਲੇ ਨੂੰ ਜੱਚ ਜਾਂਦੀ ਸੀ ਤੇ ਉਹ ਛੋਟੇ ਨੋਟਾਂ ਦੀਆਂ ਗੱਟੀਆਂ ਦਾ ਅਖਾੜੇ ਤੋਂ ਪਹਿਲਾਂ ਹੀ ਇੰਤਜ਼ਾਮ ਕਰ ਲੈਂਦਾ ਸੀ। ਅਖਾੜਾ ਲੱਗਿਆ ਤੇ ਕਿਆਸ ਨਾਲੋਂ ਵੀ ਵੱਧ ਇਕੱਠ ਹੋਇਆ ਸੀ। ਬਿਰਧ ਇਸਤਰੀ ਜਿਨ੍ਹਾਂ ਜ਼ਿਮੀਂਦਾਰਾਂ ਦੇ ਕੰਮ ਕਰਦੀ ਸੀ, ਉਹਨਾਂ ਨੇ ਚੋੜ ਵਿੱਚ ਆ ਕੇ ਖੂਬ ਨੋਟ ਭਰਾਏ ਸੀ। ਪ੍ਰੋਗਰਾਮ ਖਤਮ ਹੋਇਆ ਤਾਂ ਸਟੇਜ ਉੱਪਰ ਇਕੱਠੇ ਹੋਏ ਇਨਾਮਾਂ ਦੇ ਨੋਟਾਂ ਦੀ ਇੱਕ ਵੱਡੀ ਪੰਡ ਬੰਨੀ ਗਈ ਸੀ। ਸਾਜੀ ਪੂਰੇ ਖੁਸ਼ ਸੀ ਕਿਉਂਕਿ ਉਹਨਾਂ ਨੂੰ ਖਾਸੀ ਕਮਾਈ ਹੋਈ ਸੀ। ਅਕਸਰ ਇਸੇ ਤਰ੍ਹਾਂ ਹੀ ਹੁੰਦਾ ਸੀ। ਚਮਕੀਲੇ ਦੀ ਅੰਬੈਸਡਰ ਕਾਰ ਵਿੱਚ ਜਾਣ ਵੇਲੇ ਸਾਜ਼ ਹੋਇਆ ਕਰਦੇ ਸੀ ਤੇ ਆਉਣ ਵੇਲੇ ਨੋਟਾਂ ਦੀਆਂ ਪੰਡਾਂ। ਸਾਜ਼ ਸਾਜੀਆਂ ਨੂੰ ਮੂਹਰੇ ਆਪਣੇ ਪੱਟਾਂ ਤੇ ਧਰਨੇ ਪੈਂਦੇ ਸੀ। ਸਟੇਜ ਤੋਂ ਉਤਰਦੇ ਸਾਰ ਚਮਕੀਲੇ ਨੂੰ ਵਿਆਹ ਵਾਲਾ ਮੁੰਡਾ ਅਤੇ ਉਸਦੀ ਬਿਰਧ ਮਾਂ ਪਾਸੇ ਲੈ ਗਏ ਸੀ। ਹਾਂ, ਹੁਣ ਦੱਸ ਪੁੱਤ, ਤੇਰੀ ਕੀ ਸੇਵਾ ਕਰੀਏ? ਬਸ ਮਾਤਾ, ਸੇਵਾ ਤਾਂ ਹੋ ਗਈ, ਇੰਨਾ ਹੀ ਬਹੁਤ। ਚਮਕੀਲਾ ਹੱਥ ਜੋੜ ਕੇ ਖੜ ਗਿਆ ਸੀ। ਬਿਰਧ ਮਾਈ ਨੇ ਚੁੰਨੀ ਵਿੱਚ ਲਪੇਟੇ ਨੋਟਾਂ ਦੀ ਗੁੱਟੀ ਕੱਢ ਲਈ ਸੀ। ਨਾ ਤੇਰੇ ਨਾਲ ਗੱਲ ਹੋਈ ਸੀ ਭਾਈ, ਦੱਸ ਹੁਣ ਕਿੰਨੇ ਪੈਸੇ ਲੈਣੇ ਆ ਤੂੰ ਪੁੱਤ? ਚਮਕੀਲੇ ਨੇ ਬਿਰਧ ਇਸਤਰੀ ਨੂੰ ਜੱਫੀ ਪਾ ਲਈ ਸੀ। ਮਾਈ ਨਾਲੇ ਪੁੱਤ ਕਹਿਨੀ ਆ, ਨਾਲੇ ਪੈਸੇ ਪੁੱਛਦੀ ਆ। ਛੱਡ ਪਰੇ, ਮੈਂ 2 ਘੰਟੇ ਗਾ ਕੇ ਲੋਕਾਂ ਦਾ ਮਨੋਰੰਜਨ ਕਰ ਚੱਲਿਆ, ਇਹੀ ਬਹੁਤ। ਤੂੰ ਮੈਨੂੰ ਪੈਸੇ ਦੇ ਕੇ ਜੱਟਾਂ ਤੋਂ 2 ਸਾਲ ਹੱਡ ਕਟਾਏਂਗੀ, ਰਹਿਣ ਦੇ। ਤੈਥੋਂ ਪੈਸੇ ਨਹੀਂ ਲੈਣੇ, ਮੈਂ ਆਪ ਗਰੀਬੀ ਦੇਖੀ ਆ, ਮੈਨੂੰ ਪਤਾ ਪੈਸਾ ਕੀ ਹੁੰਦਾ ਤੇ ਗੁਰਬਤ ਕੀ ਹੁੰਦੀ ਹੈ। ਇੰਨੇ ਨੂੰ ਨੋਟਾਂ ਵਾਲੀ ਪੰਡ ਚੁੱਕੀ ਹਰਜੀਤ ਗਿੱਲ ਸਟੇਜ ਤੋਂ ਉਤਰ ਕੇ ਕਾਰ ਵੱਲ ਜਾ ਰਿਹਾ ਸੀ। ਚਮਕੀਲੇ ਨੇ ਉਸ ਨੂੰ ਦੇਖਦੇ ਹੀ ਹਾਕ ਮਾਰੀ ਸੀ, ਗਿੱਲਾ ਉਰੇ ਆ। ਗਿੱਲ ਤੋਂ ਨੋਟਾਂ ਵਾਲੀ ਪੰਡ ਫੜ ਕੇ ਚਮਕੀਲੇ ਨੇ ਵਿਆਹ ਵਾਲੇ ਲੜਕੇ ਨੂੰ ਫੜਾ ਦਿੱਤੀ ਸੀ। ਲੈ ਮਾਈ, ਅਸੀਂ ਇਹ ਕੀ ਕਰਨੇ ਆ? ਮੇਰੇ ਕੋਲ ਬਥੇਰੇ ਨੇ ਰੱਬ ਦੇ ਦਿੱਤੇ ਹੋਏ, ਇਹ ਵੀ ਤੂੰ ਹੀ ਰੱਖ ਲੈ। ਨੂੰਹ ਪੁੱਤ ਨੂੰ ਡਬਲ ਬੈੱਡ ਲੈ ਦੇਵੀਂ, ਮੇਰੇ ਵੱਲੋਂ ਸ਼ਗਨ ਸਮਝ ਕੇ। ਨੋਟਾਂ ਦੀ ਪੰਡ ਫੜਦਿਆਂ ਬਿਰਧ ਇਸਤਰੀ ਦੀਆਂ ਅੱਖਾਂ ਭਰ ਆਈਆਂ ਸੀ। ਜਿਉਂਦਾ ਰਹਿ ਪੁੱਤ, ਰੱਬ ਤੇਰੀ ਉਮਰ ਲੰਬੀ ਕਰੇ। ਮਾਤਾ, ਅਸੀਸ ਹੀ ਦੇਣੀ ਆ ਤਾਂ ਫਿਰ ਲੰਬੀ ਉਮਰ ਦੀ ਨਾ ਦੇ। ਇਹ ਕਹਿ ਕਿ ਮੈਂ ਹੁਣ ਵਾਂਗ ਹਮੇਸ਼ਾ ਚਮਕਦਾ ਰਹਾਂ ਤੇ ਸਦਾ ਮੇਰੀ ਚੜ੍ਹਾਈ ਰਵੇ। ਚਮਕੀਲੇ ਦਾ ਨੰਦ ਕੌਰ ਨੇ ਸਿਰ ਪਲੋਸਿਆ ਸੀ। ਤੈਨੂੰ ਇਸ ਅਸੀਸ ਦੀ ਤਾਂ ਲੋੜ ਨਹੀਂ ਪੁੱਤ, ਤੇਰੀ ਚਮਕ ਕੋਈ ਫਿੱਕੀ ਨਹੀਂ ਪਾ ਸਕਦਾ। ਉਹਨਾਂ ਤੋਂ ਅਲਬਦਾ ਅਤੇ ਅੱਖਾਂ ਵਿੱਚ ਚਮਕ ਲੈ ਕੇ ਅਮਰ ਸਿੰਘ ਚਮਕੀਲਾ
ਆਪਣੀ ਕਾਰ ਵੱਲ ਵੱਧ ਗਿਆ ਸੀ। ਬਹੁਤ ਬਹੁਤ ਧੰਨਵਾਦ ਦੋਸਤੋ। ਹਾਜ਼ਰ ਹੁੰਦੇ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ।